ਸ਼ਲੋਕ ਮਹੱਲਾ ਪੰਜਵਾ। ਆਦਿ ਮਧ ਅਰ ਅੰਤ ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਆਦਿ ਮਧ ਅਰ ਅੰਤ ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਾਧ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ। ਪਾਏ ਮਨੋਰਥ ਸਭ ਜੋਨੀ ਨਹਿ ਭਵੈ। ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ। ਨਾਨਕ ਮੰਗੈ ਦਾਨ ਸੰਤਾ ਤੂਰ ਤਰੈ। ਮਹੱਲਾ ਪੰਜਵਾ। ਤਿਸਨੋ ਮਨ ਵਸਾਏ ਜਿਨ ਉਪਾਇਆ। ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਹੁਕਮ ਬੁਝ ਨਿਹਾਲ ਖਸਮ ਫੁਰਮਾਇਆ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿੱਤ। ਜਿਸ ਹੈ ਭੁਲਾਏ ਆਪ ਮਰ ਮਰ ਜਮ ਹੈ ਨਿਤ। ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ। ਪ੍ਰਭ ਦਾਸ ਕਾ ਦੁਖ ਨਾ ਖਾਵ ਸਕੈ। ਫਾੜ ਜੋਨੀ ਜੁਤੇ ਮੱਥੇ ਵਾਲ ਪਛਾੜਿਆ ਨ ਜਮ ਮਾਰਗ ਮੁੱਤੇ। ਦੁਖ ਲੱਗੈ ਵਿਲਲਾਣਿਆ ਨਰਕ ਕੋਰ ਸੁੱਤੇ। ਕੰਠ ਲਾਏ ਦਾਸ ਰੱਖਿਆ ਨ ਨਾਨਕ ਹਰ ਸੱਤੇ। ਦੁਖ ਲੱਗੈ ਬਿਲਲਾਣਿਆ ਨ ਨਰਕ ਕੋਰ ਸੁੱਤੇ। ਕੰਠ ਲਾਏ ਦਾਸ ਰੱਖਿਆ ਨ
ਨਾਨਕ ਹਰ ਸੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪਏ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਭਗਤ ਵਛਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ, ਵਡਭਾਗੀ ਹੋ। ਸਤਿਗੁਰਾਂ ਦੀ ਤੁਰ ਕੀ ਅਕਾਲੀ ਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਗੋਜਰੀ ਦੀ ਵਾਰ ਚੋਂ ਅੱਜ ਦਾ ਪਾਵਨ ਅੰਮ੍ਰਿਤ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪੰਜਵਾ। ਆਦ ਮਧ ਅਰਿ ਅੰਤ ਪਰਮੇਸ਼ਰ ਰੱਖਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਆਦ ਯਾਨੀ ਕਿ ਪਹਿਲਾਂ, ਮੱਧ ਹੁਣ ਅੱਜ ਦੇ ਇਸ ਵਰਤਮਾਨ ਦੇ ਸਮੇਂ ਵਿੱਚ, ਅੰਤ ਆਉਣ ਵਾਲੇ ਸਮੇਂ ਵਿੱਚ ਜੋ ਭਵਿੱਖ ਹੈ। ਤਿੰਨਾਂ ਕਾਲਾਂ ਵਿੱਚ, ਤਿੰਨਾਂ ਵੇਲਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਰੱਖਿਆ। ਪਹਿਲਾਂ ਵੀ ਕੀਤੀ ਹੈ, ਹੁਣ ਵੀ ਕਰ ਰਿਹਾ ਤੇ ਅੱਗੇ ਵੀ ਕਰੇਗਾ। ਤ੍ਰੈ ਕਾਲ, ਕਿਉਂਕਿ ਪਹਿਲਾਂ ਵੀ ਉਹ ਮੌਜੂਦ ਸੀ, ਹੁਣ ਵੀ ਮੌਜੂਦ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਉਸ ਨੇ ਮੌਜੂਦ ਰਹਿਣਾ, ਕਿਉਂਕਿ ਉਹ ਸਤ ਹੈ। ਉਹ ਤਿੰਨਾਂ ਕਾਲਾਂ ਵਿੱਚ ਸਾਡਾ ਰੱਖਿਅਕ ਹੈ। ਹਰ ਵੇਲੇ ਹਰ ਸਮੇਂ ਸਾਡੀ ਰਾਖੀ ਕਰਨੇ ਵਾਲਾ, ਰਖਵਾਲਾ। ਇਸ ਕਰਕੇ ਉਸੇ ਦੀ ਪਨਾਹ 'ਚ ਰਹਿਣਾ ਜਿਹੜਾ ਰੱਖਿਆ ਕਰਦਾ, ਜੋ ਸਾਡੀ ਰੱਖਿਆ ਕਰਦਾ, ਉਸੇ ਦੀ ਪਨਾਹ 'ਚ ਰਹਿ ਕੇ ਸੁਰਖਰੂ ਰਹਿਣਾ। ਸੁਰਖਰੂ ਸੁਰਖਰੂ ਅਸੀਂ ਉਦੋਂ ਹੋ ਸਕਦੇ ਹਾਂ ਜਦੋਂ ਬਲਵਾਨ ਦੀ ਸ਼ਰਨ 'ਚ ਪੈ ਜਾਈਏ। ਇੱਕ ਬੱਚਾ ਆਪਣੇ ਬਾਪ, ਆਪਣੇ ਪਿਤਾ ਜਾਂ ਆਪਣੀ ਮਾਤਾ ਦੇ ਕੰਠ ਨਾਲ ਲੱਗਿਆ ਹੋਇਆ ਸੁਰਖਰੂ ਹੁੰਦਾ ਹੈ। ਉਹਨੂੰ ਕੋਈ ਚਿੰਤਾ ਨਹੀਂ ਹੁੰਦੀ, ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੁੰਦਾ ਕਿ ਮੈਨੂੰ ਖਾਣ ਨੂੰ ਨਹੀਂ ਮਿਲਣਾ, ਮੈਂ ਕਿਤੇ ਡਿੱਗ ਨਾ ਜਾਵਾਂ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਹਾਂ।
ਉੱਥੇ ਉਹ ਬਿਲਕੁਲ ਸੁਰਖਰੂ ਮਹਿਸੂਸ ਕਰਦਾ। ਅਗਰ ਉਹ ਆਪਣੇ ਪਿਤਾ ਜਾਂ ਮਾਤਾ ਦੀ ਗੋਦ ਵਿੱਚੋਂ ਕਿਸੇ ਓਪਰੇ ਦੀ ਗੋਦ ਵਿੱਚ ਜਾਂਦਾ ਹੈ, ਹਾਲਾਂਕਿ ਭਾਵੇਂ ਉਹਦੀ ਗੋਦ ਵਿੱਚ ਹੋਵੇ ਵੀ, ਫਿਰ ਵੀ ਉਹ ਉੱਥੇ ਰੋਂਦਾ ਹੈ, ਕਿਉਂਕਿ ਉਹਨੂੰ ਉਹ ਸਕੂਨ, ਉਹ ਸੁਰਖਰੂਪਨ ਜੋ ਆਪਣੇ ਪਿਤਾ ਜਾਂ ਮਾਤਾ ਦੀ ਗੋਦ ਵਿੱਚ ਮਹਿਸੂਸ ਹੁੰਦਾ ਹੈ, ਉਹ ਕਿਸੇ ਬਗਾਨੇ ਦੀ ਗੋਦ ਵਿੱਚ ਮਹਿਸੂਸ ਨਹੀਂ ਹੁੰਦਾ। ਜਦੋਂ ਅਸੀਂ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਨਾਹ 'ਚ ਪੈ ਜਾਈਏ ਤਾਂ ਉਹਦੀ ਗੋਦ ਵਿੱਚ ਹਾਂ, ਉੱਥੇ ਜਾ ਕੇ ਫਿਰ ਸੁਰਖਰੂ ਹੋ ਜਾਈਦਾ ਕਿ ਹੁਣ ਸਾਡੀ ਚਿੰਤਾ, ਸਾਡਾ ਫਿਕਰ ਸਾਡੇ ਪਿਤਾ ਅਕਾਲ ਪੁਰਖ ਨੂੰ ਹੈ, ਨਿਰੰਕਾਰ ਨੂੰ। ਇਸ ਕਰਕੇ ਇੱਥੇ ਪਾਤਸ਼ਾਹ ਸਪਸ਼ਟ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਿੰਨਾਂ ਕਾਲਾਂ ਵਿੱਚ ਸਾਡੀ ਰੱਖਿਆ ਕਰਨ ਵਾਲਾ ਹੈ। ਪਹਿਲਾਂ ਵੀ ਉਸੇ ਨੇ ਰੱਖਿਆ, ਮਾਤਾ ਦੇ ਉਦਰ ਦੇ ਵਿੱਚ ਵੀ ਉਸਨੇ ਰੱਖਿਆ ਕੀਤੀ ਹੈ। ਅੱਜ ਇਸ ਵਰਤਮਾਨ ਸਮੇਂ ਵਿੱਚ ਵੀ ਉਹੀ ਰੱਖ ਰਿਹਾ, ਉਹਦੇ ਤੋਂ ਬਿਨਾਂ ਸਾਡਾ ਕੋਈ ਰਖਵਾਲਾ ਨਹੀਂ। ਔਰ ਆਉਣ ਵਾਲੇ ਸਮੇਂ ਵਿੱਚ ਵੀ ਸਾਡੀ ਰੱਖਿਆ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਤ੍ਰਈ ਕਾਲ, ਤਿੰਨਾਂ ਵੇਲਿਆਂ ਵਿੱਚ ਸਤਿਗੁਰੂ ਜੀ ਸਾਡੇ ਰਖਵਾਲੇ ਹਨ, ਰੱਖਿਆ ਕਰਨ ਵਾਲੇ ਹਨ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਤਿਗੁਰੂ ਜੀ ਨੇ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਦਾਤ ਦਿੱਤੀ। ਅੰਮ੍ਰਿਤ ਨਾਮ ਉਹ ਐਸਾ ਅੰਮ੍ਰਿਤ ਨਾਮ ਹੈ ਕਿ ਉਸ ਨਾਮ ਦੇ ਜਾਪ ਨੂੰ ਜਪ ਕੇ ਅਸੀਂ ਅਸਲ ਵਿੱਚ ਅੰਮ੍ਰਿਤ ਨੂੰ ਚਖਿਆ ਵੀ ਅੰਮ੍ਰਿਤ ਹੁੰਦਾ ਕੀ ਹੈ। ਅੰਮ੍ਰਿਤ ਬਾਰੇ ਅਸੀਂ ਸੁਣਿਆ, ਪਰ ਅਸਲ ਵਿੱਚ ਅੰਮ੍ਰਿਤ ਹੈ ਕਿ ਉਹ ਅੰਮ੍ਰਿਤ ਸਤਿਗੁਰਾਂ ਦੇ ਨਾਮ ਦਾ ਜਾਪ ਜਪ ਕੇ ਅਸੀਂ ਚਖਿਆ। ਖੰਡੇ ਬਾਟੇ ਦੀ ਪਹੁਲ ਹੈ, ਉਹ ਵੀ ਅੰਮ੍ਰਿਤ। ਉਸ ਅੰਮ੍ਰਿਤ ਦੁਆਰਾ ਹੀ ਆਪਣੇ ਅੰਦਰ ਦੇ ਪਏ ਹੋਏ ਇਸ ਅੰਮ੍ਰਿਤ ਦੇ ਖੂਟੇ ਨੂੰ ਗੇੜਿਆ ਜਾਂਦਾ, ਜਿੱਥੋਂ ਉਸ ਅੰਮ੍ਰਿਤ ਦੀਆਂ ਘੁੱਟਾਂ ਦੀ ਪ੍ਰਾਪਤੀ ਹੁੰਦੀ ਹੈ। ਤੋ ਨਿਰੰਕਾਰ ਦਾ ਜੋ ਅੰਮ੍ਰਿਤ ਨਾਮ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ, ਉਸ ਦੇ ਦੁਆਰਾ ਅਸੀਂ ਆਪਣੇ ਅੰਦਰ ਆਪਣੇ ਨਿਜ ਆਤਮਾ ਦੇ ਅੰਮ੍ਰਿਤ ਨੂੰ ਚਖਿਆ ਹੈ, ਯਾਨੀ ਕਿ ਮਾਣਿਆ ਹੈ। ਸਾਦਾ ਸੰਗ ਅਪਾਰ ਅਣ ਦਿਨ ਹਰ ਗੁਣ ਰਵੈ। ਸਾਧੂ ਜਨਾਂ ਦੀ ਸੰਗਤ ਵਿੱਚ ਜਿੱਥੇ ਅਪਾਰ ਵਾਹਿਗੁਰੂ ਪਰਮੇਸ਼ਰ ਵਸਦਾ, ਕਿਉਂਕਿ ਜਿੱਥੇ ਸਾਧ ਸੰਗਤ ਹੈ ਉੱਥੇ ਪਰਮੇਸ਼ਰ। ਤੋ ਸਾਧੂ ਜਨਾਂ ਦੀ ਸੰਗਤ ਵਿੱਚ ਉਸ ਅਪਾਰ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਜਿੱਥੇ ਜਾ ਕੇ ਅਸੀਂ ਰਾਤ ਦਿਨ ਅੱਠੇ ਪਹਿਰ ਨਿਰੰਤਰ ਇੱਕ ਰਸ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਹਾਂ। ਸਾਧ ਜਨਾਂ ਦੀ ਸੰਗਤ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਅਸੀਂ ਰਵੈ ਕਹੀਏ ਉਚਾਰਨ ਕਰਦੇ ਹਾਂ। ਪਾਏ ਮਨੋਰਥ ਸਭ ਜੋਨੀ ਨਹਿ ਭਵੈ। ਜਿਤਨੇ ਮਨੋਰਥ ਨੇ ਉਹ ਸਾਰੇ ਮਨੋਰਥ ਸਾਨੂੰ ਪ੍ਰਾਪਤ ਹੋ ਗਏ, ਸਭ ਮਨੋਰਥ ਪ੍ਰਾਪਤ ਹੋ ਗਏ। ਔਰ ਹੁਣ ਜੂਨੀਆਂ ਵਿੱਚ ਨਹੀਂ ਪਵਣਾ ਪਵੇਗਾ, 84 ਲੱਖ ਜੂਨੀਆਂ ਵਿੱਚ ਨਹੀਂ ਭਟਕਣਾ ਪਵੇਗਾ, ਕਿਉਂਕਿ ਜੋ ਚਾਹੀਦਾ ਸੀ ਉਹ ਸਾਧੂ ਜਨਾਂ ਦੀ ਸੰਗਤ ਵਿੱਚ ਹਰੀ ਦੇ ਗੁਣ ਗਾਇਨ ਕਰਕੇ ਸਾਨੂੰ ਪ੍ਰਾਪਤ ਹੋ ਗਿਆ। ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ। ਸਭ ਕੁਝ ਉਸ ਕਰਤਾ ਪੁਰਖ ਦੇ ਹੱਥ ਵਿੱਚ ਹੈ, ਉਹਨੇ ਜੋ ਕਾਰਨ ਕਰਨਾ ਉਹੀ ਹੋਣਾ। ਸਾਡੇ ਜੀਵਨ ਵਿੱਚ ਅਸੀਂ ਐਸੇ ਬਹੁਤ ਸਾਰੇ ਕੰਮ ਵੇਖੇ ਹੋਣਗੇ ਕਿ ਅਸੀਂ ਕਰਨਾ ਚਾਹੁੰਦੇ ਹਾਂ, ਪਰ ਉਹਨਾਂ ਕੰਮਾਂ ਨੂੰ ਕਰਨ ਵਾਸਤੇ ਸਾਡੇ ਕੋਲ ਕੋਈ ਸਾਧਨ ਨਹੀਂ ਹੁੰਦਾ, ਕੋਈ ਉਪਰਾਲਾ ਨਹੀਂ ਹੁੰਦਾ।
ਅਕਸ਼ ਮਾਤਰ ਬੈਠਿਆਂ ਬੈਠਿਆਂ ਉਹਦਾ ਕੋਈ ਨਾ ਕੋਈ ਕਾਰਨ ਵਾਹਿਗੁਰੂ ਆਪ ਹੀ ਬਣਾ ਦਿੰਦਾ। ਜਦੋਂ ਕਾਰਨ ਹੁੰਦਾ ਫਿਰ ਕਾਰਜ ਵੀ ਹੋ ਜਾਂਦਾ। ਇਸ ਕਰਕੇ ਦੁਨੀਆ ਦੇ ਜਿਤਨੇ ਵੀ ਕਾਰਨ ਨੇ ਉਹਨਾਂ ਕਾਰਨਾਂ ਨੂੰ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਸਨੇ ਜੋ ਕਾਰਨ ਕਰਨਾ ਹੈ ਉਹ ਹੋ ਜਾਣਾ, ਉਸਨੇ ਜੋ ਸਬਬ ਬਣਾਣਾ ਹੈ ਉਹ ਬਣ ਜਾਣਾ। ਹਾਂਜੀ। ਨਾਨਕ ਮੰਗੈ ਦਾਨ ਸੰਤਾ ਧੂਰ ਤਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਮੈਂ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚੋਂ ਦਾਨ ਮੰਗਦਾ ਹਾਂ, ਔਰ ਉਹ ਦਾਨ ਮੰਗਦਾ ਹਾਂ ਸਤਿਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਦਾ। ਕਿਉਂਕਿ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜੀ ਦੁਆਰਾ ਇਹ ਸੰਸਾਰ ਤੋਂ ਤਰਿਆ ਜਾਂਦਾ ਹੈ। ਮਹੱਲਾ ਪੰਜਵਾ। ਤਿਸਨੋ ਮਨ ਵਸਾਏ ਜਿਨ ਉਪਾਇਆ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਨੇ, ਤਿਸਨੋ ਮਨ ਵਸਾਏ ਜਿਨ ਉਪਾਇਆ। ਜਿਸ ਨੇ ਪੈਦਾ ਕੀਤਾ ਹੈ ਸੱਜਣਾ, ਉਸੇ ਨੂੰ ਆਪਣੇ ਮਨ ਵਿੱਚ ਵਸਾ। ਜਿਸ ਨੇ ਆ ਸਾਰਾ ਕੁਝ ਬਣਾਇਆ, ਜਿਸ ਨੇ ਆ ਸਾਰਾ ਕੁਝ ਉਤਪੰਨ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਵਸਾ। ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਜਿਨ੍ਹਾਂ ਜਨਾਂ ਨੇ ਉਸ ਖਸਮ ਨੂੰ, ਨਿਰੰਕਾਰ ਨੂੰ, ਵਾਹਿਗੁਰੂ ਨੂੰ ਧਿਆਇਆ ਹੈ, ਤਿਨਾਂ ਨੇ ਸਰਬ ਸੁਖ ਪ੍ਰਾਪਤ ਕੀਤੇ ਨੇ। ਉਹਨਾਂ ਨੂੰ ਸਾਰੇ ਸੁਖ ਹਾਸਲ ਹੋ ਗਏ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਹੈ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਗੁਰਮੁਖਾਂ ਦਾ ਇਹ ਸੰਸਾਰ ਵਿੱਚ ਆਉਣਾ ਪ੍ਰਵਾਨ ਹੈ, ਔਰ ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਜੀਵਨ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਦਿਆਂ, ਬੰਦਗੀ ਕਰਦਿਆਂ ਸਫਲਾ ਹੋ ਜਾਂਦਾ ਹੈ। ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ। ਜਿਹੜੇ ਸਾਹਿਬ ਦੇ ਹੁਕਮ ਨੂੰ ਬੁੱਝ ਲੈਂਦੇ ਨੇ ਨਿਹਾਲ ਹੋ ਜਾਂਦੇ ਨੇ। ਸਾਹਿਬ ਦਾ ਹੁਕਮ ਜਿਨ੍ਹਾਂ ਨੇ ਬੁੱਝ ਲਿਆ ਉਹ ਨਿਹਾਲ ਹੋ ਗਏ। ਹਾਂ, ਜਿਨ੍ਹਾਂ ਨੇ ਬੁੱਝ ਲਿਆ ਉਹ ਦੱਸ ਨਹੀਂ ਸਕਦੇ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ। ਉਹ ਕਿਹਾ ਨਹੀਂ ਜਾ ਸਕਦਾ ਹਉਮੈ ਚ। ਜਿਨ੍ਹਾਂ ਨੇ ਬੁੱਝ ਲਿਆ ਉਹ ਨਿਹਾਲ ਹੋ ਗਏ। ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ। ਜੋ ਖਸਮ ਨੇ ਫਰਮਾਇਆ ਹੈ ਉਹ ਉਸ ਹੁਕਮ ਨੂੰ ਬੁੱਝ ਗਏ। ਜਿਨ੍ਹਾਂ ਬੁੱਝਣਾ ਸੀ ਉਹ ਬੁੱਝ ਗਏ। ਜਿਹੜੇ ਨਹੀਂ ਬੁੱਝ ਸਕੇ ਉਹ ਨਹੀਂ ਜਾਣ ਸਕੇ। ਉਹ ਨਹੀਂ ਜਾਣ ਸਕੇ। ਜਿਨ੍ਹਾਂ ਨੂੰ ਬੁਝਾਇਆ ਉਹਨਾਂ ਨੇ ਬੁੱਝ ਲਿਆ। ਹਾਂਜੀ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਜਿਸ ਤੇ ਵਾਹਿਗੁਰੂ ਜੀ ਆਪ ਕਿਰਪਾਲ ਹੁੰਦੇ ਨੇ, ਦਇਆ ਦੇ ਘਰ ਵਿੱਚ ਆਉਂਦੇ ਨੇ, ਫਿਰ ਉਹਨਾਂ ਨੂੰ ਭਰਮਾਂ ਵਿੱਚ ਨਹੀਂ ਪਾਉਂਦੇ। ਉਹਨਾਂ ਦੇ ਹਿਰਦੇ 'ਚ ਕਿਸੇ ਵੀ ਪ੍ਰਕਾਰ ਦਾ ਭਰਮ ਨਹੀਂ ਰਹਿਣ ਦਿੰਦੇ, ਨਾ ਹੀ ਉਹਨਾਂ ਨੂੰ ਕਿਸੇ ਜੂਨੀ 'ਚ ਭਰਮਾਉਂਦੇ ਹਨ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਜੋ ਜੋ ਉਸ ਖਸਮ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਉਹਨਾਂ ਨੂੰ ਦਿੱਤਾ ਹੈ, ਉਸ ਨੂੰ ਪ੍ਰਾਪਤ ਕਰਕੇ ਉਹ ਸੁਖੀ ਹੋ ਗਏ ਨੇ। ਉਸੇ ਵਿੱਚ ਹੀ ਉਹਨਾਂ ਨੇ ਸੁਖ ਮਾਣਿਆ ਜੋ ਖਸਮ ਨੇ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਜੋ ਖਸਮ ਨੇ ਦਿੱਤਾ ਉਹਦੇ ਵਿੱਚ ਹੀ ਉਹਨਾਂ ਨੇ ਸੁਖ ਮਾਣਿਆ। ਜੋ ਵੀ ਉਹਨਾਂ ਨੂੰ ਹਾਸਲ ਹੁੰਦਾ, ਚਾਹੇ ਦੁੱਖ ਰੂਪ ਚ ਹੋਵੇ ਚਾਹੇ ਸੁਖ ਰੂਪ ਚ ਹੋਵੇ, ਉਸ ਖਸਮ ਦੀ ਦਾਤ ਜਾਣਦਿਆਂ ਹੋਇਆਂ ਉਹਦੇ ਚ ਸੁਖੀ ਰਹਿੰਦੇ ਰੱਬ ਦੇ ਪਿਆਰੇ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਐਸੀ ਅਵਸਥਾ ਵਿੱਚ ਉਹ ਟਿਕ ਕੇ ਰਹਿੰਦੇ ਹਨ। ਹਾਂਜੀ। ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿੱਤ। ਸਤਿਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਤੇ ਵਾਹਿਗੁਰੂ ਜੀ ਦਇਆਲ ਹੁੰਦੇ ਨੇ, ਜਿਨ੍ਹਾਂ ਤੇ ਵਾਹਿਗੁਰੂ ਜੀ ਤਰਸ ਦੇ ਘਰ ਵਿੱਚ ਆਉਂਦੇ ਨੇ,
ਉਹਨਾਂ ਨੂੰ ਆਪਣਾ ਹੁਕਮ ਬੁਝਾਉਂਦੇ ਹੈ। ਉਹੀ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਬੁਝਦੇ ਹਨ, ਜਾਣਦੇ ਹਨ। ਜਿਸ ਹੈ ਭੁਲਾਏ ਆਪ ਮਰ ਮਰ ਜਮਹਿ ਨਿਤ। ਜਿਨ੍ਹਾਂ ਨੂੰ ਵਾਹਿਗੁਰੂ ਆਪ ਭੁਲਾ ਦਿੰਦਾ ਹੈ, ਭਰਮ ਚ ਪਾ ਦਿੰਦਾ ਹੈ, ਉਹ ਭਰਮ ਤੇ ਭੁਲੇਖੇ ਚ ਪਏ ਹੋਏ ਬਾਰ-ਬਾਰ ਮਰਦੇ ਨੇ ਔਰ ਨੇਤੀ ਜੰਮਦੇ ਨੇ, ਨੇਤੀ ਮਰਦੇ ਨੇ। ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ। ਪੌੜੀ ਉਚਾਰਦੇ ਨੇ ਪਾਤਸ਼ਾਹ, ਜਿਹੜੇ ਰੱਬ ਦੇ ਪਿਆਰਿਆਂ ਦੇ ਨਿੰਦਕ ਨੇ, ਉਹਨਾਂ ਨਿੰਦਕਾਂ ਨੂੰ ਵਾਹਿਗੁਰੂ ਤਤਕਾਲ ਉਸੇ ਵੇਲੇ ਹੀ ਮਾਰ ਦਿੰਦਾ। ਉਹ ਮਰੇ ਹੋਏ ਹੀ ਨੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ, ਉਹ ਜਿਉਂਦੇ ਨਹੀਂ ਹਨ। ਕਲੀ ਕਾਲ ਦਾ ਸਮਾਂ ਭਾਈ, ਇੱਥੇ ਰੰਗਿਆਂ ਹੋਇਆਂ ਦੀ ਨਿੰਦਾ ਹੁੰਦੀ ਹੈ। ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ। ਕਲਯੁਗ ਦਾ ਇਹ ਸੁਭਾਅ ਵੇਖਿਆ, ਇੱਥੇ ਨਿਰੰਕਾਰ ਦੇ ਭਜਨ ਦੇ ਰੰਗ ਵਿੱਚ ਰੰਗਿਆਂ ਹੋਇਆਂ ਦੀ ਨਿੰਦਾ ਹੁੰਦੀ। ਐਸਾ ਵਰਤਾਰਾ ਸਮਾਜ ਵਿੱਚ ਵੇਖਣ ਨੂੰ ਮਿਲਦਾ। ਅਗਰ ਕਿਸੇ ਮਾਂ-ਬਾਪ ਦਾ ਬੱਚਾ ਕਿਤੇ ਰੱਬ ਦੇ ਰੰਗ ਵਿੱਚ ਰੰਗਿਆ ਬਹੁਤਾ ਭਜਨ ਕਰਨ ਲੱਗ ਪਵੇ, ਗੁਰੂ ਘਰ ਰਹਿਣ ਲੱਗ ਪਵੇ, ਤਾਂ ਉਹ ਮਾਂ ਪਿਓ ਵੀ ਦੁਖੀ ਹੋਏ ਫਿਰਦੇ। ਜੀ ਇਹ ਸਾਰਾ ਦਿਨ ਬਾਣੀ ਪੜ੍ਹੀ ਜਾਂਦਾ, ਸਾਰਾ ਦਿਨ ਭਜਨ ਹੀ ਕਰੀ ਜਾਂਦਾ, ਸਾਡੇ ਨਾਲ ਬਹਿੰਦਾ ਨਹੀਂ, ਗੱਲਬਾਤ ਨਹੀਂ ਕਰਦਾ। ਇਸ ਗੱਲ ਦਾ ਵੀ ਬਹੁਤਿਆਂ ਨੂੰ ਦੁੱਖ ਹੁੰਦਾ। ਨਾ ਕਰੇ ਤਾਂ ਦੁਖੀ, ਜੇ ਕਰੇ ਤੇ ਤਾਂ ਦੁਖੀ। ਕਲੀ ਕਾਲ ਦਾ ਸਮਾਂ, ਇੱਥੇ ਰੰਗਿਆਂ ਹੋਇਆਂ ਦੀ ਨਿੰਦਾ ਹੁੰਦੀ। ਇੱਥੇ ਜਿਹੜਾ ਰੱਜ ਕੇ ਪਖੰਡੀ ਤੇ ਦੰਭੀ ਹੈ, ਉਹਦੀ ਸੋਭਾ ਕਰਦੇ ਆ ਲੋਕ, ਉਹਦੀ ਸਿਫਤ ਕਰਦੇ ਨੇ। ਜਿਹੜਾ ਰੱਬੀ ਰੰਗਾਂ ਵਿੱਚ ਰੰਗਿਆ ਹੋਇਆ ਮਸਤ ਤੇ ਮਸਤਾਨਾ ਹੋ ਜਾਏ, ਉਹਦੀ ਨਿੰਦਾ ਕਰਦੇ। ਔਰ ਨਿੰਦਾ ਕਰਨ ਵਾਲਾ ਵਿਅਕਤੀ ਕਦੇ ਜੀਵਤ ਨਹੀਂ ਹੁੰਦਾ, ਉਹ ਮਰਿਆ ਹੁੰਦਾ। ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦਾ, ਉਹ ਜਿਉਂਦਿਆਂ ਵਿੱਚ ਨਾ ਗਿਣੋ। ਉਹ ਤਾਂ ਰੱਬ ਨੇ ਤਾਤਕਾਲ ਆਪਣੇ ਵੱਲੋਂ ਤਾਂ ਉਦੋਂ ਹੀ ਮਾਰ ਦਿੱਤਾ ਉਸ ਨੂੰ, ਜਦੋਂ ਉਹਨੇ ਨਿੰਦਾ ਕੀਤੀ। ਉਹ ਰੱਬ ਦੀ ਤਰਫੋਂ ਤਾਂ ਉਦੋਂ ਹੀ ਮਰ ਗਏ। ਭਾਵੇਂ ਸਰੀਰ ਵਿੱਚ ਉਹਨਾਂ ਦੇ ਸਾਹ ਚੱਲਦੇ ਨੇ, ਪਰ ਲੋਹਾਰ ਦੀ ਭੱਠੀ ਤੇ ਪਈ ਹੋਈ ਉਸ ਧੌਂਕਣੀ ਦੇ ਸਮਾਨ ਨੇ। ਉਹਦੇ ਵਿੱਚ ਵੀ ਹਵਾ ਭਰਦੀ ਹੈ, ਨਿਕਲਦੀ ਹੈ। ਉਹ ਧੌਂਕਣੀ ਨੂੰ ਚਲਾਉਂਦਾ ਤੇ ਹਵਾ ਭਰਦੀ ਹੈ ਤੇ ਨਿਕਲਦੀ ਹੈ। ਬਸ ਸਰੀਰ ਵਿੱਚ ਸਾਹ ਹੀ ਚੱਲ ਰਹੇ ਨੇ, ਵਾਸਤਵਿਕ ਰੂਪ ਵਿੱਚ ਉਹ ਰੱਬ ਦੀ ਤਰਫੋਂ ਮਰੇ ਹੋਏ ਨੇ। ਰੱਬ ਨੇ ਖੁਦ ਮਾਰ ਦਿੱਤੇ ਨੇ। ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ। ਇੱਕ ਖਿਨ ਮਾਤਰ ਵੀ ਉਹਨਾਂ ਨੂੰ ਟਿਕਣ ਨਹੀਂ ਦਿੱਤਾ। ਪ੍ਰਿਥੀ ਚੰਦ ਗੁਰੂ ਘਰ ਦੀ ਨਿੰਦਾ ਕਰਦਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪ੍ਰਿਥੀ ਚੰਦ ਤੂੰ ਸੜਦਾ ਹੀ ਰਹੇਗਾ। ਸਾਰੀ ਜ਼ਿੰਦਗੀ ਪ੍ਰਿਥੀ ਚੰਦ ਦੀ ਬੀਤ ਗਈ, ਹਿਰਦਾ ਸੜਦਾ ਹੀ ਰਿਹਾ, ਮਨ 'ਚ ਕਦੇ ਟਿਕਾ ਨਹੀਂ ਆਇਆ ਤੇ ਗੁਰੂ ਪਾਤਸ਼ਾਹ ਦੀ ਨਿੰਦਾ ਕਰਦਾ ਰਿਹਾ, ਸੜਦਾ ਹੀ ਰਿਹਾ। ਸਾੜਾ ਪੈਂਦਾ ਸੀ ਉਹਦੇ ਕਲੇਜੇ 'ਚ, ਕਿਉਂਕਿ ਨਿੰਦਕਾਂ ਦੇ ਹਿਰਦਿਆਂ ਵਿੱਚ ਹਮੇਸ਼ਾ ਸਾੜਾ ਹੀ ਪੈਂਦਾ। ਉਹਨਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਟਿਕਾ ਨਹੀਂ ਬਖਸ਼ਦਾ। ਉਹਨਾਂ ਨੂੰ ਇੱਕ ਖਿੰਨ ਮਾਤਰ ਵੀ ਟਿਕਣ ਨਹੀਂ ਦਿੱਤਾ। ਨਿਰੰਕਾਰ ਨੇ ਵਿਧਾਤੇ ਨੇ ਤਤਕਾਲ ਉਹਨਾਂ ਨਿੰਦਕਾਂ ਨੂੰ ਮਾਰ ਦਿੱਤਾ। ਤਤਕਾਲ, ਤਤਕਾਲ ਹੀ ਮਾਰ ਦਿੱਤਾ। ਇੱਕ ਫਕੀਰ ਟੁਰਿਆ ਜਾ ਰਿਹਾ ਗਲੀ ਵਿੱਚ, ਇੱਕ ਔਰਤ ਕੇਸ ਧੋਏ ਹੋਏ ਛੱਤ ਤੇ ਚੜੀ ਕੇਸ ਸੁਕਾ ਰਹੀ ਹੈ। ਫਕੀਰ ਸਾਈਂ ਰੱਬੀ ਰੰਗਾਂ ਵਿੱਚ ਰੰਗਿਆ ਗੁਜ਼ਰਿਆ ਜਾ ਰਿਹਾ ਹੈ। ਸੁਭਾਵਕ ਨਿਗਾਹ ਪਈ, ਉਹਨੇ ਨੇਤਰ ਨੀਵੇਂ ਕਰ ਲਏ ਤੇ ਟੁਰ ਪਿਆ। ਔਰਤ ਨੇ, ਜੋ ਆਪਣੇ ਮਾਣ ਤੇ ਹੰਕਾਰ ਵਿੱਚ ਮਗਰੂਰ ਸੀ, ਆਪਣੇ ਪਤੀ ਨੂੰ ਕਿਹਾ, ਇਹ ਜਿਹੜਾ ਫਕੀਰ ਇਹ ਮੰਗਤਾ ਟੁਰਿਆ ਜਾਂਦਾ, ਇਸ ਦੀ ਤੱਕਣੀ ਮੇਰੇ ਵੱਲ ਗਲਤ ਸੀ। ਆਇਆ, ਆਉਂਦਿਆਂ ਸਾਰ ਉਸ ਫਕੀਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਕੁੱਟਣਾ ਸ਼ੁਰੂ ਕਰ ਦਿੱਤਾ। ਫਕੀਰ ਸਾਈਂ ਨੇ ਆਖਿਆ, ਹੇ ਪਤੀ, ਹੇ ਅਕਾਲ ਪੁਰਖ,
ਮੇਰੇ ਮਨ ਦੀ ਪੀੜਾ ਤੂੰ ਜਾਣਦਾ ਹੈ। ਉਸੇ ਵਕਤ ਜਿਹੜਾ ਉਹ ਮਾਰ ਰਿਹਾ ਸੀ ਇਸ ਫਕੀਰ ਨੂੰ, ਇੱਕਦਮ ਪਤਾ ਨਹੀਂ ਕੀ ਹੋਇਆ, ਸਰੀਰ ਚੋਂ ਪ੍ਰਾਣ ਨਿਕਲੇ ਤੇ ਡਿੱਗ ਪਿਆ ਜ਼ਮੀਨ ਤੇ, ਹਾਰਟ ਫੇਲ ਹੋ ਗਿਆ। ਔਰਤ ਭੱਜੀ ਆਈ, ਦੁਹੱਥੜੇ ਮਾਰ ਕੇ ਪਿੱਟਦੀ ਹੈ, ਫਕੀਰ ਕੋਲੋਂ ਮਾਫੀਆਂ ਮੰਗਦੀ ਹੈ ਵੀ ਇਹਨੂੰ ਖਿਮਾ ਕਰ ਦਿਓ, ਮੇਰੇ ਕਹਿਣ ਤੇ ਆਇਆ ਸੀ। ਕਹਿਣ ਲੱਗੇ ਉਹ ਤੇਰੇ ਕਹਿਣ ਤੇ ਆਇਆ ਸੀ, ਜਿਹੜਾ ਮੇਰਾ ਪਤੀ ਉਹ ਮੇਰੇ ਕਹਿਣ ਤੇ ਆਇਆ ਸੀ। ਲੜਾਈ ਪਤੀਆਂ ਪਤੀਆਂ ਦੀ ਸੀ, ਮੈਂ ਤਾਂ ਵਿੱਚ ਸੀਗਾ ਹੀ ਨਹੀਂ। ਤੇਰੇ ਪਤੀ ਨੂੰ ਗੁੱਸਾ ਆਇਆ, ਉਹਨੇ ਮੈਨੂੰ ਮਾਰਿਆ, ਮੇਰੇ ਪਤੀ ਨੂੰ ਗੁੱਸਾ ਆਇਆ ਤੇ ਉਹਨੇ ਇਹਨੂੰ ਮਾਰ ਦਿੱਤਾ। ਜਦੋਂ ਉਹ ਮਾਰਦਾ ਹੈ ਤੇ ਫਿਰ ਮਾਰ ਹੀ ਦਿੰਦਾ ਹੈ। ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ। ਵਾਹਿਗੁਰੂ ਆਪਣੇ ਪਿਆਰਿਆਂ ਦੇ ਨਿੰਦਕਾਂ ਨੂੰ ਤਾਤਕਾਲ, ਉਸੇ ਮਰੇ ਹੀ ਹੋਏ ਨੇ, ਉਹ ਧੌਂਕਣੀ ਦੇ ਸਮਾਨ ਭਾਵੇਂ ਸਾਹ ਚੱਲਦੇ ਹੋਣ ਉਹਨਾਂ ਅੰਦਰ, ਉਹਨਾਂ ਨੂੰ ਇੱਕ ਖਿਨ ਮਾਤਰ ਵੀ ਵਾਹਿਗੁਰੂ ਟਿਕਣ ਨਹੀਂ ਦਿੰਦਾ। ਪ੍ਰਭ ਦਾਸ ਕਾ ਦੁਖ ਨਾ ਖਾਵ ਸਕੈ, ਫੜ ਜੋਨੀ ਜੁੱਤੇ। ਰੱਬ ਕੋਲੋਂ ਆਪਣਿਆਂ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਖਾਵ ਸਕੈ ਦਾ ਮਤਲਬ ਹੁੰਦਾ ਬਰਦਾਸ਼ਤ ਕਰਨਾ। ਵਿਧਾਤੇ ਕੋਲੋਂ, ਨਿਰੰਕਾਰ ਕੋਲੋਂ ਆਪਣਿਆਂ ਦਾਸਾਂ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ। ਜਿਹੜਾ ਉਹਨਾਂ ਨੂੰ ਦੁੱਖ ਦਿੰਦਾ, ਵਾਹਿਗੁਰੂ ਉਹਨਾਂ ਦੁੱਖ ਦੇਣ ਵਾਲਿਆਂ ਨੂੰ ਫੜ ਕੇ ਜੂਨੀਆਂ ਵਿੱਚ ਪਾ ਦਿੰਦਾ। ਫੜ ਜੋਨੀ ਜੁੱਤੇ, ਉਹਨਾਂ ਨੂੰ 84 ਲੱਖ ਜੂਨੀਆਂ ਦੇ ਗੇੜੇ ਵਿੱਚ ਪਟਕਾਉਂਦਾ ਭਰਮਾਉਂਦਾ ਹੈ। ਮੱਥੇ ਵਾਲ ਪਛਾੜਿਆਨ, ਜਮ ਮਾਰਗ ਮੁੱਤੇ। ਇੱਥੇ ਹੀ ਬਸ ਨਹੀਂ, ਰੱਬ ਦੇ ਦੋਖੀਆਂ ਦੇ, ਰੱਬ ਦੇ ਪਿਆਰਿਆਂ ਦੇ ਦੋਖੀਆਂ ਦੇ ਵਾਲਾਂ ਤੋਂ ਫੜ ਕੇ ਜਿਹੜੇ ਜੰਮ ਨੇ ਉਹਨੂੰ ਪਟਕੀਰ ਕੇ ਮਾਰਦੇ ਆ ਜ਼ਮੀਨ ਤੇ, ਪਛਾੜਿਆਨ। ਔਰ ਜਿਹੜਾ ਜੰਮਾਂ ਦਾ ਰਾਹ ਹੈ ਬੜਾ ਦੁਖਦਾਈ, ਉਸ ਰਸਤੇ ਦੇ ਉੱਤੇ ਪਾ ਲੈਂਦੇ ਨੇ, ਟੋਰ ਲੈਂਦੇ ਨੇ। ਦੁੱਖ ਲੱਗੈ ਬਿਲਲਾਣਿਆ, ਨਰਕ ਕੋਰ ਸੁੱਤੇ। ਔਰ ਇਹੋ ਜਿਹੇ ਜਿਹੜੇ ਜੀਵ ਨੇ, ਉਹਨਾਂ ਨੂੰ ਦੁੱਖ ਲੱਗਦੇ ਨੇ, ਵਿਰਲਾਪ ਕਰਦੇ ਨੇ, ਔਰ ਘੋਰ ਨਰਕਾਂ ਦੇ ਵਿੱਚ ਉਹ ਸੁੱਟੇ ਜਾਂਦੇ ਨੇ, ਜਿੱਥੇ ਜਾ ਕੇ ਦੁੱਖ ਪਾਉਂਦੇ ਆ ਤੇ ਵਿਰਲਾਪ ਕਰਦੇ ਹਨ। ਕੰਠ ਲਾਏ ਦਾਸ ਰੱਖਿਆਨ, ਨਾਨਕ ਹਰ ਸਤੇ। ਪਾਤਸ਼ਾਹ ਕਹਿੰਦੇ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਸੱਤ ਹੈ, ਉਹ ਆਪਣੇ ਦਾਸਾਂ ਨੂੰ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ, ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਉਹਨਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦਾ। ਉਹ ਆਪਣੇ ਪਿਆਰਿਆਂ ਨੂੰ, ਆਪਣੇ ਜਨਾਂ ਨੂੰ ਆਪਣੇ ਕੰਠ ਨਾਲ ਲਾ ਕੇ ਰੱਖਦਾ। ਉਹ ਐਸਾ ਸੁਆਮੀ ਹੈ।